पेश है भूरा सिंह कलेर की लिखी हुई कहानी असली दौलत। टल वज रहा सी ते डेरे विच आरती हो रही सी। मास्टर गुरनाम खेतों साइकिल मगर जरे दी भरी रखी फिरनी घर नूं आ रहा सी। कल नूं ऐतवार सी, इसलिए उसने मन ही मन विच कल दी छुट्टी दा दिन खाण जोगरी सब्जी खेत बीजण दा फैसला कीता। वो घर अंदर वड़िया ही सी कि उसकी पत्नी रोटियां पका रही सी। उसकी पत्नी उस वल उदास नज़रां नाल झाकी। गुरनाम ने सोचा कि सुख होवे तां चंगा है, क्योंकि उसकी पत्नी मिंदर दा उदास होना किसी दुखदाई समस्या का आगमन ही हुंदा है। उसने जरी दी भरी तूड़ी वाली छतड़े विच कुतरे वाली मशीन पिछे सुट दिती। नलके ते हथ धो के घुट पानी पीता। चौंके कोल पे मंजे ते दम लैण लई बैठिया तां मिंदर चुन्नी नाल अखां पूंझ रही सी। उसका अंदाजा ठीक ही निकलिया। फिर काली विच पुछया, की गल हो गई मिंदर? मिंदर उदास जिहियां नज़रां नाल उस वल झाक के बोली, कुछ नहीं। उसका 2 साल का बच्चा आटे वाली परांत वल हथ मार रहा सी। ਉਹ ਉਸ ਨੂੰ ਹਟਾਉਣ ਲੱਗ ਪਈ। ਗੁਰਨਾਮ ਉਤਸੁਕਤਾ ਨਾਲ ਫਿਰ ਬੋਲਿਆ, ਨਾ ਕੋਈ ਗੱਲ ਤਾਂ ਜ਼ਰੂਰ ਹੈ। ਗੁਰਨਾਮ ਦੀ ਬੁੱਢੀ ਮਾਂ ਵਿਹੜੇ ਵਿੱਚ ਪਰੇ ਚਰਖਾ ਕੱਤ ਰਹੀ ਸੀ। ਮਾਈ ਚਰਖਾ ਛੱਡ ਕੇ ਉਸ ਪਾਸ ਆ ਬੈਠੀ ਤੇ ਕਹਿਣ ਲੱਗੀ, ਗੱਲ ਕੀ ਹੋਣੀ ਸੀ ਪੁੱਤ? ਇਹਦੀ ਮਾਸੀ ਸਖਤ ਬਿਮਾਰ ਹੈ, ਉੱਥੋਂ ਸੁਨੇਹਾ ਆਇਆ ਹੈ। ਗੁਰਨਾਮ ਨੇ ਲੰਮਾ ਸਾਰਾ ਕਿਹਾ ਤੇ ਮੰਜੇ ਤੇ ਲੇਟ ਗਿਆ। ਗੁਰਨਾਮ ਦੀ ਮਾਂ ਉਸ ਪਾਸ ਮੰਜੇ ਤੇ ਬੈਠੀ ਉਸ ਨੂੰ ਮੱਤਾਂ ਦੇਣ ਲੱਗ ਪਈ। ਦੇਖ ਪੁੱਤ, ਆਪਾਂ ਕਬੀਲਦਾਰ ਬੰਦੇ ਆ, ਸ਼ਾਦੀਆਂ ਰਹਿ ਜਾਈਏ, ਗਮੀਆਂ ਨਾ ਰਹੀਏ। ਵਿਚਾਰੀ ਮੇਰੇ ਵਰਗੀ ਬੁੜੀ ਹੈ, ਬੁੜਿਆਂ ਠਹਿਰਿਆਂ ਨਾਲ ਕੀ ਗੁੱਸਾ। ਚੱਲ ਉਹ ਜਾਣੀ, ਤੂੰ ਗੁੱਸੇ ਨੂੰ ਮਾਰ। ਫਿਰ ਵੀ ਉਸਨੇ ਇਸ ਨੂੰ ਧੀ ਬਣਾ ਕੇ ਪਾਲਿਆ। ਫਿਰ ਵਿਆਹ ਹੈ, ਵੱਡੇ ਸਰੀਰ ਦਾ ਕੀ ਪਤਾ ਹੈ, ਬਿਮਾਰ ਹੈ, ਨਾ ਜਾਣੀਏ ਵਿਚਾਰੀ ਚੱਲ ਹੀ ਨਾ ਵਸੇ। ਫਿਰ ਵੀ ਜਾਣਾ ਤਾਂ ਪਵੇਗਾ ਹੀ ਨਾ। ਮਿਲਾ ਲਿਆ ਤੂੰ ਮਿੰਦਰ ਨੂੰ, ਕਾਹਨੂੰ ਬੁਰੇ ਦੇ ਬਾਰ ਵੱਜਦਾ। ਮਾਸਟਰ ਗੁਰਨਾਮ ਮੰਜੇ ਤੇ ਲੰਮਾ ਪੈ ਗਿਆ। ਬੀਤੇ ਸਮੇਂ ਦੀਆਂ ਘਟਨਾਵਾਂ ਇੱਕ ਕਰਕੇ ਉਸਦੇ ਜ਼ਿਹਨ ਵਿੱਚੋਂ ਲੰਘ ਰਹੀਆਂ ਸਨ। ਗੁਰਨਾਮ ਦੀ ਪਤਨੀ ਮਿੰਦਰ ਛੋਟੀ ਉਮਰ ਤੋਂ ਹੀ ਉਸਦੀ ਮਾਸੀ ਪ੍ਰੇਮੋ ਨੇ ਗੋਦ ਲੈ ਲਈ ਸੀ। ਕਿਉਂਕਿ ਪ੍ਰੇਮੋ ਦੇ ਕੋਈ ਔਲਾਦ ਨਹੀਂ ਸੀ, ਮਿੰਦਰ ਨੂੰ ਉਸਨੇ ਪੁੱਤਾਂ ਵਾਂਗ ਹੀ ਪਾਲਿਆ ਸੀ। ਭਾਵੇਂ ਮਿੰਦਰ ਦੇ 2 ਭਰਾ ਵੀ ਸਨ, ਪਰ ਪ੍ਰੇਮੋ ਨੇ ਮਿੰਦਰ ਦੇ ਜਨਮ ਤੋਂ ਪਹਿਲਾਂ ਹੀ ਆਪਣੀ ਭੈਣ ਨਾਲ ਫੈਸਲਾ ਕਰ ਲਿਆ ਸੀ ਕਿ ਭਾਵੇਂ ਕੁੜੀ ਹੋਵੇ ਜਾਂ ਮੁੰਡਾ, ਉਹ ਇਸ ਬੱਚੇ ਨੂੰ ਗੋਦ ਲਵੇਗੀ। ਸੋ ਉਸਨੇ ਮਿੰਦਰ ਦਾ ਪਾਲਣ ਮੁੰਡਿਆਂ ਵਾਂਗ ਹੀ ਕੀਤਾ। ਪ੍ਰੇਮੋ ਦੇ ਘਰ ਵਾਲਾ ਔਲਾਦ ਨੂੰ ਤਰਸਦਾ ਚੱਲ ਵਸਿਆ। ਉਸਦੀ 20 ਕੁਮਾਂ ਜ਼ਮੀਨ ਹੁਣ ਪ੍ਰੇਮੋ ਦੇ ਨਾਂ ਲੱਗ ਗਈ ਸੀ। ਪ੍ਰੇਮੋ ਆਦਮੀਆਂ ਵਾਂਗ ਨਿਡਰ ਹੋ ਗਈ ਸੀ। ਉਹ ਆਪਣੀ 20 ਕੁਮਾਂ ਜ਼ਮੀਨ ਨੂੰ ਕਦੀ ਕਿਸੇ ਨੂੰ ਹਿੱਸੇ ਠੇਕੇ ਤੇ ਦੇ ਦਿੰਦੀ, ਕਦੇ ਕਿਸੇ ਨੂੰ। ਉਸਦਾ ਬਹੁਤਾ ਖਰਚ ਤਾਂ ਹੈ ਨਹੀਂ ਸੀ। ਮਿੰਦਰ ਦੀ ਪੜ੍ਹਾਈ ਆਦਿ ਤੋਂ ਬਿਨਾਂ ਉਹ ਪੈਸਾ ਬੈਂਕ ਵਿੱਚ ਜਮ੍ਹਾਂ ਕਰਵਾ ਦਿੰਦੀ। ਉਸ ਪਾਸ ਕਾਫੀ ਦੌਲਤ ਜਮ੍ਹਾਂ ਹੋ ਗਈ ਸੀ। ਪ੍ਰੇਮੋ ਦਾ ਘਰ ਵੀ ਪੱਕੇ ਚੁਬਾਰਿਆਂ ਵਾਲਾ ਸੀ, ਪਰ ਪਿਤਰੀ ਸਮਾਜ ਵਿੱਚ ਪੁੱਤਾਂ ਬਗੈਰ ਚੁਬਾਰੇ ਕਿਸ ਕੰਮ। ਇਹ ਝੋਰਾ ਪ੍ਰੇਮੋ ਨੂੰ ਕਈ ਵਾਰ ਅੰਦਰ ਖਾਂਦਾ। ਉਹ ਉਸ ਸੋਚ ਰੱਖਿਆ ਸੀ ਕਿ ਮੈਂ ਮਿੰਦਰ ਨੂੰ ਵਿਆਹ ਕੇ ਘਰ ਜਵਾਈ ਰੱਖਾਂਗੀ, ਉਹ ਮੇਰਾ ਪੁੱਤ ਹੀ ਤਾਂ ਹੋਵੇਗਾ। ਇਸ ਤਰ੍ਹਾਂ ਉਹ ਆਪਣਾ ਖਹਿੜਾ ਇਸ ਝੋਰੇ ਤੋਂ ਛੁਡਾ ਲੈਂਦੀ। ਦੂਜਾ, ਉਸ ਨੂੰ ਆਪਣੀ ਜਾਇਦਾਦ, ਆਪਣੀ ਦੌਲਤ ਉੱਤੇ ਬੜਾ ਫਖਰ ਸੀ। ਉਹ ਸੋਚਦੀ ਕਿ ਦੌਲਤ ਨਾਲ ਕੀ ਨਹੀਂ ਖਰੀਦਿਆ ਜਾ ਸਕਦਾ। ਉਸਨੇ ਮਨ ਨਾਲ ਫੈਸਲਾ ਕੀਤਾ ਹੋਇਆ ਸੀ ਕਿ ਭਾਵੇਂ ਕੋਈ ਗਰੀਬ ਕਿਸਾਨ ਦਾ ਮੁੰਡਾ ਹੀ ਹੋਵੇ, ਪਰ ਹੋਵੇ ਸੁਨੱਖਾ, ਕਿਉਂਕਿ ਗਰੀਬ ਨੂੰ ਧਨ ਦੀ ਭੁੱਖ ਹੋਵੇਗੀ ਤੇ ਸਾਰੀ ਉਮਰ ਮੇਰਾ ਪਾਣੀ ਭਰੇਗਾ। ਸੋ ਉਸਨੇ ਆਪਣੇ ਹੱਥੀਂ ਗੁਰਨਾਮ ਨੂੰ ਸੋਹਣਾ ਵੇਖ ਕੇ ਮਿੰਦਰ ਦਾ ਰਿਸ਼ਤਾ ਕਰ ਦਿੱਤਾ।
ਗੁਰਨਾਮ JBT ਦੀ ਟ੍ਰੇਨਿੰਗ ਕੀਤੀ ਹੋਈ ਸੀ। ਵਿਆਹ ਹੋਣ ਮਗਰੋਂ ਗੁਰਨਾਮ ਮਾਸਟਰ ਦੀ ਨੌਕਰੀ ਤੇ ਲੱਗ ਗਿਆ। ਗੁਰਨਾਮ ਦਾ ਸੁਭਾਅ ਆਕੜਖੋਰ ਸੀ। ਉਸਦੇ ਦਿਲ ਵਿੱਚ ਵਿਆਹ ਹੋਣ ਵੇਲੇ ਹੀ ਪ੍ਰੇਮੋ ਦੇ ਕਹੇ ਕਈ ਬੋਲ ਛੁਰੀ ਵਾਂਗ ਫਿਰ ਗਏ ਸਨ। ਜਿਵੇਂ ਕਿ ਜਦੋਂ ਬਰਾਤ ਆਨੰਦ ਕਾਰਜਾਂ ਲਈ ਦਾਖਲ ਹੋਈ ਸੀ ਤਾਂ ਪ੍ਰੇਮੋ ਨੇ ਵਿਚੋਲੇ ਨੂੰ ਕਿਹਾ ਸੀ, ਤੁਸੀਂ ਪਿੱਤਲੀ ਆਵਾਜ਼ਾਂ ਨਾ ਲਿਆਏ, ਮੈਨੂੰ ਆਖ ਦਿੰਦੇ, ਮੈਂ ਆਪਦੇ ਕੋਲੋਂ ਪੈਸੇ ਖਰਚ ਕਰਕੇ ਅੱਗੋਂ ਮੰਗਵਾ ਲੈਂਦੀ। ਜਾਂ ਡੋਲੀ ਤੁਰਨ ਵੇਲੇ ਉਸਦੇ ਬਾਪ ਨੇ ਪੈਸਿਆਂ ਦੀਆਂ ਮੁੱਠੀਆਂ ਨਹੀਂ ਸੁੱਟੀਆਂ ਸਨ, ਕਿਉਂਕਿ ਗੁਰਨਾਮ ਤੇ ਉਸਦਾ ਬਾਪ ਵਿਆਹ ਸਾਦਗੀ ਨਾਲ ਹੀ ਕਰਨਾ ਚਾਹੁੰਦੇ ਸਨ। ਗੁਰਨਾਮ ਪਿੰਡ ਦੇ ਸਮਾਜ ਸੁਧਾਰਕ ਕਲੱਬ ਦਾ ਮੈਂਬਰ ਸੀ, ਪਰ ਵਿਦਾਇਗੀ ਵੇਲੇ ਪ੍ਰੇਮੋ ਨੇ ਗੁਰਨਾਮ ਦਾ ਸਿਰ ਪਲੋਸਣ ਵੇਲੇ ਕਿਹਾ ਸੀ, ਜੇ ਤੇਰੇ ਪਿਓ ਕੋਲ ਸਿੱਟਣ ਨੂੰ ਪੈਸਿਆਂ ਦੀ ਭਾਨ ਨਹੀਂ ਸੀ ਤਾਂ ਮੈਥੋਂ ਲੈ ਲੈਂਦਾ। ਗੁਰਨਾਮ ਦੇ ਦਿਲ ਵਿੱਚ ਇਹ ਗੱਲਾਂ ਛੁਰੀ ਵਾਂਗ ਹੀ ਤਾਂ ਫਿਰ ਗਈਆਂ ਸਨ। ਵਿਆਹ ਤੋਂ ਮਗਰੋਂ ਪ੍ਰੇਮੋ ਨੇ ਗੁਰਨਾਮ ਨੂੰ ਘਰ ਜਵਾਈ ਰੱਖਣਾ ਚਾਹਿਆ। ਉਹ ਕੁਝ ਚਿਰ ਤਾਂ ਆਪਣੇ ਸਹੁਰੇ ਰਿਹਾ, ਪਰ ਉਸਦੇ ਜ਼ਮੀਰ ਨੇ ਇਜਾਜ਼ਤ ਨਾ ਦਿੱਤੀ ਤੇ ਉਹ ਆਪਣੇ ਪਿੰਡ ਆ ਗਿਆ। ਉਸਨੂੰ ਪ੍ਰੇਮੋ ਦੀਆਂ ਨਿੱਤ ਦੀ ਨਿੱਤ ਮਿਹਣਿਆਂ ਵਰਗੀਆਂ ਗੱਲਾਂ ਤੇ ਉਸਦੀ ਦੌਲਤ ਦਾ ਰੰਗੜਾਊਪੁਣਾ ਰਾਸ ਨਾ ਆਇਆ। ਉਹ ਗੁਰਨਾਮ ਨੂੰ ਗੱਲ-ਗੱਲ ਤੇ ਇਹ ਜਤਾਉਂਦੀ ਕਿ ਤੁਸੀਂ ਗਰੀਬ ਹੋ, ਤੁਹਾਡੇ ਪਾਸ ਬਸ 2 ਕੁਮਾਂ ਜ਼ਮੀਨ ਹੈ, ਮੇਰੇ ਕੋਲ ਜ਼ਿਆਦਾ ਜ਼ਮੀਨ ਹੈ, ਜ਼ਿਆਦਾ ਦੌਲਤ ਹੈ। ਗੁਰਨਾਮ ਨੂੰ ਇੰਜ ਮਾਲੂਮ ਹੁੰਦਾ ਕਿ ਉਹ 2 ਓਰਿਆਂ ਬਦਲੇ ਇਸ ਬੁੜੀ ਦਾ ਗੁਲਾਮ ਬਣ ਗਿਆ ਸੀ। ਬਸ ਇਹੀ ਸੋਚ ਕੇ ਉਹ ਆਪਣੇ ਪਿੰਡ ਆ ਗਿਆ। ਆਪਣੇ ਪਿੰਡ ਤੋਂ 4-5 ਮੀਲ ਤੇ ਉਹ ਮਾਸਟਰ ਲੱਗ ਗਿਆ ਸੀ। ਉਹ ਸਾਹਿਤ ਦੀਆਂ ਪੁਸਤਕਾਂ ਪੜ੍ਹਦਾ ਰਹਿੰਦਾ ਅਤੇ ਸਮਾਜ ਸੁਧਾਰ ਕੰਮਾਂ ਵਿੱਚ ਲੱਗਿਆ ਰਹਿੰਦਾ। ਮਹਿੰਦਰ ਨੂੰ ਉਸਦਾ ਬਾਪ ਉਸਦੇ ਘਰ ਛੱਡ ਗਿਆ ਸੀ। ਗੁਰਨਾਮ ਤੇ ਮਹਿੰਦਰ ਦਾ ਚੰਗਾ ਤਾਲਮੇਲ ਸੀ ਗ੍ਰਹਿਸਥੀ ਜੀਵਨ ਦਾ। ਮਹਿੰਦਰ ਕਦੀ-ਕਦੀ ਆਪਣੀ ਮਾਂ ਵਰਗੀ ਮਾਸੀ ਪ੍ਰੇਮੋ ਦੇ ਪਿੰਡ ਆਪਣੀ ਮਾਂ ਨਾਲ ਜਾਂ ਭਰਾ ਨਾਲ ਜਾ ਕੇ ਮਿਲ ਆਉਂਦੀ। ਇੱਕ ਵਾਰ ਮਹਿੰਦਰ ਆਪਣੇ ਬਾਪ ਨਾਲ ਪ੍ਰੇਮੋ ਨੂੰ ਮਿਲਣ ਗਈ। ਪ੍ਰੇਮੋ ਨੇ ਆਪਣੀ ਗੋਦ ਪਵਾਈ ਦਾ ਵਾਸਤਾ ਦੇ ਕੇ ਮਹਿੰਦਰ ਨੂੰ ਉੱਥੇ ਹੀ ਰੱਖ ਲਿਆ। ਉਸ ਸੋਚਿਆ ਕਿ ਗੁਰਨਾਮ ਆਵੇਗਾ ਤੇ ਮੇਰੀਆਂ ਮਿੰਨਤਾਂ ਕਰਕੇ ਲੈ ਜਾਵੇਗਾ। ਮੈਂ ਉਸ ਨੂੰ 20-30 ਹਜ਼ਾਰ ਦਾ ਲਾਲਚ ਦੇਵਾਂਗੀ ਤੇ ਉਹ ਮੇਰੇ ਪੈਰੀਂ ਹੱਥ ਲਾਉਣ ਲੱਗ ਜਾਵੇਗਾ। ਪਰ ਗੁਰਨਾਮ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੋਇਆ ਸੀ ਕਿ ਪ੍ਰੇਮੋ ਦਾ ਸੁਨੇਹੇ ਦੇਣ ਦੇ ਬਾਵਜੂਦ ਉਸ ਦੇ ਪਿੰਡ ਨਾ ਗਿਆ। ਪ੍ਰੇਮੋ ਨੇ ਇਹ ਸੁਨੇਹਾ ਵੀ ਭੇਜਿਆ ਕਿ ਉਹ ਇੱਕ ਵਾਰੀ ਆ ਕੇ ਮੇਰੇ ਪੈਰੀਂ ਹੱਥ ਲਾ ਦੇਵੇ, ਮੈਂ ਸਾਰੀ ਜ਼ਮੀਨ ਉਸਦੇ ਨਾਂ ਕਰਾ ਦੇਵਾਂਗੀ। ਗੁਰਨਾਮ ਨੂੰ ਜਦੋਂ ਵੀ ਕੋਈ ਇਹੋ ਜਿਹਾ ਸੁਨੇਹਾ ਦਿੰਦਾ, ਉਹ ਥੂ ਆਖ ਕੇ ਥੁੱਕ ਦਿੰਦਾ ਤੇ ਆਖਦਾ, ਮੈਂ ਭਾਵੇਂ ਗਰੀਬ ਜੱਟ ਦਾ ਹੀ ਪੁੱਤ ਹਾਂ, ਪਰ ਇਹੋ ਜਿਹੀ ਦੌਲਤ ਮੈਂ ਜੁੱਤੀ ਵੀ ਨਹੀਂ ਮਾਰਦਾ ਜੋ ਆਦਮੀ ਦੇ ਜ਼ਮੀਰ ਨੂੰ ਖਤਮ ਕਰਦੀ ਹੈ। ਕਈ ਲੋਕ ਉਸ ਨੂੰ ਪਾਗਲ ਗਰਦਾਨਦੇ ਕਿ ਮੁਫਤ ਦੀ ਦੌਲਤ ਮਿਲਦੀ ਹੈ, ਜੱਟ ਕਮਲਾ ਹੋਇਆ ਵਿਆ। ਮਹਿੰਦਰ ਆਪਣੀ ਮਾਸੀ ਪ੍ਰੇਮੋ ਦੇ ਪਿੰਡ ਜਦ 2 ਮਹੀਨੇ ਨਾ ਆਈ ਤਾਂ ਗੁਰਨਾਮ ਇੱਕ ਦਿਨ ਸਾਈਕਲ ਉੱਤੇ ਗਿਆ। ਮਹਿੰਦਰ ਨੂੰ ਆਪਣੇ ਨਾਲ ਘਰ ਚੱਲਣ ਲਈ ਆਖਿਆ। ਪ੍ਰੇਮੋ ਨੇ ਫਿਰ ਆਪਣਾ ਰਾਗ ਲਾਪਣਾ ਸ਼ੁਰੂ ਕਰ ਦਿੱਤਾ ਕਿ ਮੈਂ ਜਾਇਦਾਦ ਦੀ ਮਾਲਕਣ ਹਾਂ, ਤੈਨੂੰ ਮੇਰੀ ਪੂਜਾ ਕਰਕੇ ਬੜਾ ਲਾਭ ਹੋਵੇਗਾ। ਗੁਰਨਾਮ ਨੇ ਚਾਹ ਰੋਟੀ ਖਾਧੇ ਪੀਤੇ ਬਗੈਰ ਹੀ ਪ੍ਰੇਮੋ ਨੂੰ ਖਰੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਮਾਈ ਤੇਰੀ ਦੌਲਤ ਦਾ ਭੁੱਖਾ ਨਹੀਂ, ਮੈਂ 4 ਕੌਡੀਆਂ ਬਦਲੇ ਤੇਰਾ ਗੁਲਾਮ ਨਹੀਂ ਬਣਦਾ। ਤੈਥੋਂ ਆਪਣੇ ਬਾਪ ਦੀ ਥੋੜੀ ਜ਼ਮੀਨ ਦੇ ਮਿਹਣੇ ਨਹੀਂ ਲਵਾਂਗਾ। ਮੈਂ ਖੁਦ ਕਮਾਉਂਦਾ ਹਾਂ ਤੇ ਅਣਖ ਨਾਲ ਜੀਵਾਂਗਾ। ਅਤੇ ਨਾਲ ਹੀ ਗੁਰਨਾਮ ਤੇ ਪ੍ਰੇਮੋ ਵਿਚਕਾਰ ਤੂੰ ਮੈਂ ਹੋ ਗਈ। ਉਸਦਾ ਵੱਡਾ ਸਾਲਾ ਹੁਣ ਪ੍ਰੇਮੋ ਮਾਸੀ ਕੋਲ ਹੀ ਉਸਦੇ ਘਰ ਵਾਹੀ ਕਰਦਾ ਸੀ। ਉਸਨੇ ਅੱਧੀ ਜ਼ਮੀਨ ਉਸਦੇ ਨਾਂ ਕਰਾ ਦਿੱਤੀ ਸੀ। ਲੜਦਿਆਂ ਨੂੰ ਦੇਖ ਉਹ ਅੰਦਰੋਂ ਡਾਂਗ ਚੁੱਕ ਲਿਆਇਆ। ਆਂਢੀਆਂ ਗੁਆਂਢੀਆਂ ਨੇ ਸਾਲੇ ਭਣੋਈਏ ਨੂੰ ਲੜਨੋਂ ਹਟਾ ਦਿੱਤਾ
ਅਤੇ ਗੁਰਨਾਮ ਆਪਣੀ ਪਤਨੀ ਮਹਿੰਦਰ ਨੂੰ ਨਾਲ ਲੈ ਕੇ ਆਪਣੇ ਪਿੰਡ ਆ ਗਿਆ। ਗੁਰਨਾਮ ਨੂੰ ਪ੍ਰੇਮੋ ਤੇ ਬਹੁਤ ਜ਼ਿਆਦਾ ਗੁੱਸਾ ਸੀ। ਉਸਦਾ ਜੀ ਕਰਦਾ ਸੀ ਕਿ ਪ੍ਰੇਮੋ ਬੁੜੀ ਦਾ ਗਲਾ ਘੁੱਟ ਕੇ ਮਾਰ ਦੇਵੇ, ਜਿਸ ਨੇ ਸਾਲੇ ਭਣੋਈਏ ਨੂੰ ਲੜਾ ਦਿੱਤਾ ਸੀ। ਹੁਣ ਗੁਰਨਾਮ ਨੇ ਸੋਚ ਰੱਖਿਆ ਸੀ ਕਿ ਉਸ ਬੁੜੀ ਨੂੰ ਮੈਂ ਮਨੋਂ ਹੀ ਮਾਰ ਦੇਵਾਂਗਾ, ਪਰ ਮਹਿੰਦਰ ਨੂੰ ਤਾਂ ਉਸਦੀ ਮਾਸੀ ਪ੍ਰੇਮੋ ਨੇ ਪਾਲਿਆ ਸੀ। ਇਸ ਲਈ ਕਈ ਵਾਰ ਉਹ ਉਸ ਨੂੰ ਯਾਦ ਕਰਕੇ ਉਦਾਸ ਹੋ ਜਾਂਦੀ ਸੀ। ਕਦੀ ਉਹ ਇਕੱਲੀ ਹੀ ਜਾ ਕੇ ਮਾਸੀ ਨੂੰ ਮਿਲ ਆਉਂਦੀ ਸੀ। ਗੁਰਨਾਮ ਮਹਿੰਦਰ ਨੂੰ ਤਾਂ ਕੁਝ ਨਾ ਆਖਦਾ, ਪਰ ਆਪਣੀ ਆਕੜ ਆਪਣੇ ਪੱਲੇ ਹੀ ਰੱਖਦਾ। ਅੱਜ ਪ੍ਰੇਮੋ ਮਾਸੀ ਦਾ ਪਿੰਡ ਸੁਨੇਹਾ ਆਇਆ ਹੀ ਸੀ ਕਿ ਉਹ ਸਖਤ ਬਿਮਾਰ ਹੈ ਅਤੇ ਮਹਿੰਦਰ ਨੂੰ ਮਿਲਣਾ ਲੋਚਦੀ ਹੈ। ਮਹਿੰਦਰ ਨੇ ਗੁਰਨਾਮ ਨੂੰ ਰੋਂਦੇ ਰੋਂਦੇ ਕਿਹਾ ਸੀ, ਚਲੋ ਜੀ, ਉਸ ਦਾ ਤਾਂ ਸੁਭਾਅ ਹੀ ਇਹੋ ਜਿਹਾ ਹੈ। ਤੁਸੀਂ ਮੇਰੀ ਮਿਹਨਤ ਮੰਨ ਲਓ ਤੇ ਮੇਰੇ ਨਾਲ ਚੱਲੋ। ਕੀ ਪਤਾ ਉਹ ਚੱਲ ਹੀ ਨਾ ਵਸੇ। ਫਿਰ ਵੀ ਉਸਨੇ ਮੈਨੂੰ ਪੁੱਤਾਂ ਨਾਲੋਂ ਵੱਧ ਪਾਲਿਆ ਹੈ। ਤੁਸੀਂ ਆਪ ਹੀ ਤਾਂ ਆਖਦੇ ਹੁੰਦੇ ਹੋ ਕਿ ਬੰਦਾ ਜਾਂ ਬੁੜੀ ਕੋਈ ਵੀ ਮਾੜਾ ਨਹੀਂ ਹੁੰਦਾ, ਉਸਦੇ ਔਗਣ ਹੀ ਮਾੜੇ ਹੁੰਦੇ ਨੇ। ਗੁਰਨਾਮ ਨੇ ਸੋਚਿਆ ਕਿ ਮਾਈ ਪ੍ਰੇਮੋ ਸੱਚੀ ਹੀ ਨਾ ਚੱਲ ਵਸੇ। ਮਹਿੰਦਰ ਉਸ ਨੂੰ ਸਾਰੀ ਉਮਰ ਮਿਹਣਾ ਦੇਵੇਗੀ ਕਿ ਮੇਰੀ ਮਾਂ ਵਰਗੀ ਮਾਸੀ ਨਾਲ ਜਾਂਦੀ ਵਾਰ ਦੀਆਂ ਦੋ ਗੱਲਾਂ ਵੀ ਨਾ ਕਰਨ ਦਿੱਤੀਆਂ। ਇਹ ਸੋਚ ਕੇ ਗੁਰਨਾਮ ਸਵੇਰੇ ਹੀ ਬੱਸ ਤੇ ਮਹਿੰਦਰ ਤੇ ਗੋਦੀ ਵਾਲੇ ਕਾਕੇ ਨੂੰ ਨਾਲ ਲੈ ਮਾਈ ਪ੍ਰੇਮੋ ਦਾ ਪਤਾ ਲੈਣ ਚੱਲ ਪਿਆ। ਪਿੰਡ ਪਹੁੰਚ ਕੇ ਜਦ ਉਹ ਮਾਈ ਪ੍ਰੇਮੋ ਦੇ ਘਰ ਗਏ ਤਾਂ ਮਹਿੰਦਰ ਦੇ ਮਾਂ-ਬਾਪ ਵੀ ਪ੍ਰੇਮੋ ਦਾ ਪਤਾ ਲੈਣ ਆਏ ਹੋਏ ਸਨ। ਮਹਿੰਦਰ ਦੇ ਨਾਲ ਗੁਰਨਾਮ ਨੂੰ ਵੇਖ ਕੇ ਉਹ ਖੁਸ਼ ਹੋ ਗਏ। ਮਹਿੰਦਰ ਨੂੰ ਉਸਦੀ ਮਾਂ ਆਖਣ ਲੱਗੀ ਕਿ ਤੇਰੀ ਮਾਸੀ ਤਾਂ ਤੇਰੇ ਮਿਲਣ ਦੀ ਆਸ ਮੁਕਾਈ ਬੈਠੀ ਸੀ। ਮਹਿੰਦਰ ਸਿੱਧੀ ਸਵਾਤ ਅੰਦਰ ਗਈ, ਜਿੱਥੇ ਛੱਤ ਵਾਲੇ ਪੱਖੇ ਥੱਲੇ ਮਾਸੀ ਪ੍ਰੇਮੋ ਬਿਮਾਰ ਪਈ ਸੀ। ਮਗਰ ਹੀ ਗੁਰਨਾਮ ਹੌਲੀ ਹੌਲੀ ਚਲਾ ਗਿਆ। ਹੁਣ ਗੁਰਨਾਮ ਦੇ ਮਨ ਵਿੱਚ ਆਇਆ ਕਿ ਚਲੋ, ਬਿਮਾਰ ਨਾਲ ਕਾਹਦਾ ਗੁੱਸਾ। ਮਹਿੰਦਰ ਦੀ ਆਵਾਜ਼ ਪਛਾਣ ਕੇ ਪ੍ਰੇਮੋ ਕੰਬਦੀਆਂ ਬਾਹਾਂ ਨਾਲ ਉੱਠ ਕੇ ਬੈਠ ਗਈ। ਗੁਰਨਾਮ ਨੇ ਵੀ ਉਸਦੇ ਮੰਜੇ ਤੇ ਬੈਠ ਕੇ ਆਖਿਆ, ਮੱਥਾ ਟੇਕਦਾ ਮਾਤਾ ਜੀ। ਬਿਮਾਰ ਹੋਣ ਕਰਕੇ ਪ੍ਰੇਮੋ ਦੀ ਨਿਗਾਹ ਘਟ ਗਈ ਸੀ। ਉਹ ਬੋਲੀ, ਕਿਹੜਾ ਭਾਈ ਐ? ਗੁਰਨਾਮ ਦੀ ਸੱਸ ਨੇ ਕਿਹਾ, ਭੈਣੇ ਗੁਰਨਾਮ ਸਿਉਂ ਐ, ਤੇਰਾ ਪਤਾ ਲੈਣ ਆਇਆ ਹੈ। ਇੰਨਾ ਕਹਿਣ ਦੀ ਹੀ ਦੇਰ ਸੀ ਕਿ ਪ੍ਰੇਮੋ ਨੇ ਗੁਰਨਾਮ ਨੂੰ ਟੋਹ ਕੇ ਬਾਹਾਂ ਵਿੱਚ ਘੁੱਟ ਲਿਆ। ਉਸ ਦੀਆਂ ਡੂੰਘੀਆਂ ਅੱਖਾਂ ਵਿੱਚ ਹੰਝੂਆਂ ਦੀਆਂ ਧਾਰਾਂ ਵਗ ਪਈਆਂ। ਉਸ ਦੇ ਪੀਲੇ ਪਏ ਬੁੱਲ ਕੰਬਦੇ ਸਨ। ਉਹ ਜ਼ੋਰ ਲਾ ਕੇ ਘੱਗੀ ਆਵਾਜ਼ ਨਾਲ ਬੋਲਣ ਲੱਗੀ, ਵੇ ਪੁੱਤ, ਵੇ ਮੈਂ ਸਦਕੇ ਜਾਵਾਂ ਵੇ, ਮੈਂ ਤੈਨੂੰ ਲੱਖਾਂ ਚੋਂ ਇੱਕ ਚੁਣਿਆ ਵੇ ਪੁੱਤਾ। ਮੇਰੀਆਂ ਅੱਖਾਂ ਥੱਕ ਗਈਆਂ ਤੈਨੂੰ ਉਡੀਕ ਉਡੀਕ ਕੇ, ਪਰ ਤੂੰ ਕਦੇ ਨਾ ਆਇਆ ਵੇ ਮੇਰਿਆ ਬਚੜਿਆ। ਮੈਂ ਦੱਸ ਕੀ ਅੱਗ ਲਾਉਣੀ ਸੀ ਮਾਇਆ ਤੈਥੋਂ ਬਗੈਰ। ਹੁਣ ਤੂੰ ਆ ਗਿਆ, ਮੇਰੇ ਕਾਲਜੇ ਠੰਡ ਪੈ ਗਈ ਵੇ ਮੇਰਿਆ ਸੋਹਣਿਆ। ਆ ਮੇਰੇ ਗਲ ਲੱਗ ਪੁੱਤ, ਮੇਰਾ ਬਾਹਲਾ ਪਿਆਰਾ ਪੁੱਤ। ਇਹ ਕਹਿੰਦੀ ਕਹਿੰਦੀ ਮਾਸੀ ਪ੍ਰੇਮੋ ਗੁਰਨਾਮ ਦੀਆਂ ਬਾਹਾਂ ਵਿੱਚ ਲੁੜਕ ਗਈ। ਉਸ ਦੀਆਂ ਅੱਖਾਂ ਪਥਰਾ ਗਈਆਂ। ਗੁਰਨਾਮ ਨੇ ਆਪਣੇ ਅੰਦਰੋਂ ਕੱਢਣ ਲਈ ਮੂੰਹ ਵਿੱਚ ਇਹ ਲਫ਼ਜ਼ ਇਕੱਠੇ ਕੀਤੇ, ਮਾਤਾ ਜੀ, ਜੇ ਤੂੰ ਮੈਨੂੰ ਇਹ ਮੋਹ ਵਾਲੀ ਅਸਲੀ ਦੌਲਤ ਪਹਿਲਾਂ ਹੀ ਦੇ ਦਿੰਦੀ ਤਾਂ ਮੈਂ ਤੇਰੇ ਨਾਲ ਕਦੀ ਵੀ ਨਾਰਾਜ਼ ਨਾ ਹੁੰਦਾ। ਪਰ ਜ਼ੁਬਾਨ ਖੋਲ੍ਹਣ ਤੋਂ ਪਹਿਲਾਂ ਹੀ ਗੁਰਨਾਮ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਸ ਤੋਂ ਭਰੇ ਗਲੇ ਨਾਲ ਬੋਲਿਆ ਨਾ ਗਿਆ। ਹੁਣੇ ਤੁਸੀਂ ਸੁਣ ਰਹੇ ਸੀ ਭੂਰਾ ਸਿੰਘ ਕਲੇਰ ਦੀ ਲਿਖੀ ਹੋਈ ਕਹਾਣੀ ਅਸਲੀ ਦੌਲਤ। ਤੁਹਾਡੇ ਸੁਝਾਵਾਂ ਦੀ ਸਾਨੂੰ ਹਮੇਸ਼ਾ ਦੀ ਤਰ੍ਹਾਂ ਉਡੀਕ ਰਹੇਗੀ ਕਿ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ।
ਤੇ ਹੁਣ ਆਪਣੀ ਖਾਦਮ ਅੰਮ੍ਰਿਤਪਾਲ ਕਲੇਰ ਨੂੰ ਦਿਓ ਇਜਾਜ਼ਤ। ਸਦਾ ਖੁਸ਼ ਰਹੋ। ਚੌਹਾਨ ਇੰਟਰਟੇਨਮੈਂਟ, ਤੁਹਾਡਾ ਆਪਣਾ, ਤੁਹਾਡੇ ਲਈ।